तो वट इज़ द कोज ऑफ मोशन, ये आप पता करना भी बॉडी च मोशन कितों आया। इट इज़ अवर कॉमन एक्सपीरियंस दैट ए फोर्स इज़ टू बी अप्लाइड ऑन ए ऑब्जेक्ट टू प्रोड्यूस मोशन। इट किसी बॉडी के मोशन लियाउण लई सानूं उहदे ते की लगाउणी पैंदी है, फोर्स लगाउणी पैंदी है। हुण आपां एग्जाम्पल रीड करते हैं। टू मूव ए साइकिल द साइकलिस्ट हैज़ टू अप्लाई फोर्स ऑन इट्स पैडल। इन ए कार द पेट्रोल इंजन प्रोवाइड्स द फोर्स नीडेड टू मूव द कार। To move a horse cart, the horse applies force by stretching its muscles. To move a boat ahead, a force is applied by the oar on the water to push it backward. ਹਰੇਕ ਕੇਸ ਦੇ ਵਿੱਚ ਵੀ ਆਪਾਂ ਜਿੱਥੇ ਵੀ ਇਹਨਾਂ ਕੇਸਿਸ ਦੇ ਵਿੱਚ ਦੇਖਿਆ ਵੀ ਮੋਸ਼ਨ ਕਰਾਉਣ ਦੇ ਲਈ ਸਾਨੂੰ ਕੀ ਚਾਹੀਦੀ ਹੈ, ਫੋਰਸ ਚਾਹੀਦੀ ਹੈ। ਐਂਡ the force of reaction exerted by water moves the boat ahead. Before Galileo, scientists were of the view that a force is needed not only to start a motion but also to keep an object moving even with uniform velocity। ਕਹਿੰਦੇ ਵੀ ਆ ਸਾਇੰਟਿਸਟ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਸੀ, ਸਾਇੰਟਿਸਟ ਦਾ ਇਹ ਵਿਊ ਸੀਗਾ ਵੀ ਯੂਨੀਫਾਰਮ ਵੈਲੋਸਿਟੀ 'ਚ ਮੂਵ ਕਰਨ ਲਈ ਵੀ ਬੋਡੀ ਨੂੰ ਫੋਰਸ ਦੀ ਲੋੜ ਹੈ। ਇਨ ਅਦਰ ਵਰਡਸ ਐਨ ਓਬਜੈਕਟ ਰਿਮੇਨਸ ਇਨ ਮੋਸ਼ਨ ਸੋ ਲੌਂਗ ਐਜ਼ ਦ ਐਕਸਟਰਨਲ ਫੋਰਸ ਅਪਲਾਈਡ ਟੂ ਪ੍ਰੋਡਿਊਸ ਅ ਮੋਸ਼ਨ ਰਿਮੇਨਸ ਪ੍ਰੈਜ਼ੈਂਟ। ਕਹਿੰਦਾ ਓਬਜੈਕਟ ਨੂੰ ਮੋਸ਼ਨ 'ਚ ਓਨਾ ਚਿਰ ਹੀ ਰਹਿੰਦੀ ਹੈ ਜਿੰਨਾ ਚਿਰ ਉੱਤੇ ਐਕਸਟਰਨਲ ਫੋਰਸ ਜਿਹੜੀ ਆ ਅਪਲਾਈ ਹੁੰਦੀ ਰਹਿੰਦੀ ਹੈ। ਫੋਰਸ ਮਸਟ ਐਕਟ ਕੰਟੀਨਿਊਸਲੀ to keep the body in motion. This view was based on the observation that the motion of body ceases when a force is withdrawn from it। ਕਹਿੰਦਾ ਜਦੋਂ ਆਪਾਂ ਫੋਰਸ ਉੱਤੇ ਅਪਲਾਈ ਕਰਨੋਂ ਹਟ ਜਾਂਦੇ ਆ ਤੇ ਬੋਡੀ ਰੁਕ ਜਾਂਦੀ ਹੈ। ਇਹਦਾ ਮੇਜਰ ਕਾਰਨ ਕੀ ਹੈ, ਫ੍ਰਿਕਸ਼ਨ। ਉਹ ਅੱਗੇ ਜਾ ਕੇ ਆਪਾਂ ਰੀਡ ਕਰਾਂਗੇ। ਐਗਜ਼ਾਮਪਲ ਨੰਬਰ ਉਹਨੇ ਫਿਰ ਦੁਬਾਰਾ ਐਗਜ਼ਾਮਪਲ ਦਿੱਤੀ, ਸਾਈਕਲ ਰਿਮੇਨਸ ਮੂਵਿੰਗ ਸੋ ਲੌਂਗ ਦਾ ਫੋਰਸ ਇਜ਼ ਅਪਲਾਈਡ ਔਨ ਇਟਸ ਪੈਡਲ। ਜਿੰਨਾ ਚਿਰ ਪੈਡਲਾਂ 'ਤੇ ਫੋਰਸ ਮਿਲਾਵਾਂਗੇ ਉਹਨਾਂ ਚਿਰ ਇਹ ਸਾਈਕਲ ਚੱਲੂਗਾ। ਇਫ ਵੀ stop pushing the pedal, the cycle stops. Similarly, if we turn off the engine of the car stops. The horse cart stops after the horse stops moving, and the boat stops after we stop pushing the oar. Galileo did not approve the above view. From his experiments, he found that no force is needed to continue the motion of a moving body. Body is set in motion. If the body is set in motion, it will remain in motion even when the force applied to set the body motion is withdrawn। ਕਹਿੰਦਾ ਵੀ ਗਲੀਲੀਓ ਨੇ ਇਹ ਗੱਲ ਕਹੀ ਵੀ ਕਹਿੰਦਾ ਵੀ ਜੇ ਕੋਈ ਬੋਡੀ ਦੇ ਵਿੱਚ ਮੋਸ਼ਨ ਆ ਗਿਆ ਵਾ ਤਾਂ ਫਿਰ ਉੱਤੇ ਫੋਰਸ ਲਗਾਉਣ ਦੀ ਲੋੜ ਨਹੀਂ, ਉਹਨੂੰ ਕੰਟੀਨਿਊ ਰੱਖਣ ਲਈ ਮੋਸ਼ਨ ਦੇ ਵਿੱਚ, ਪ੍ਰੋਵਾਈਡਡ ਦੈਟ ਦੇयर ਇਜ਼ ਨੋਟ ਅਦਰ ਫੋਰਸ ਸਚ ਐਜ਼ ਫ੍ਰਿਕਸ਼ਨ ਟੂ ਅਪੋਜ਼ ਦਾ ਮੋਸ਼ਨ। ਕਹਿੰਦਾ ਵੀ ਫ੍ਰਿਕਸ਼ਨ ਜਿੰਨਾ ਚਿਰ ਉੱਤੇ ਨਹੀਂ ਲੱਗਦੀ ਵੀ ਫਿਰ ਸਾਨੂੰ ਫੋਰਸ ਦੀ ਲੋੜ ਨਹੀਂ ਹੈ ਬੋਡੀ ਨੂੰ ਕੰਟੀਨਿਊ ਰੱਖਣ ਲਈ ਮੋਸ਼ਨ 'ਚ, ਅਤੇ ਫ੍ਰਿਕਸ਼ਨ ਹੀ ਹੁੰਦੀ ਹੈ ਜਿਹਦੇ ਕਰਕੇ ਮੂਵਿੰਗ ਬੋਡੀ ਦੇ ਉੱਤੇ ਫੋਰਸ ਸਾਨੂੰ ਆਲਵੇਜ਼ ਅਪਲਾਈ ਕਰਨੀ ਪੈਂਦੀ ਹੈ। ਫਰੋਮ ਆਵਰ ਐਵਰੀਡੇ ਲਾਈਫ ਐਕਸਪੀਰੀਅੰਸ ਨੋ ਦੈਟ ਵੈਨ ਏ ਬੋਲ ਇਜ਼ ਕਿਕਡ ਇਟ ਮੂਵਜ਼ ਸਰਟਨ ਡਿਸਟੈਂਸ ਬਿਫੋਰ ਕਮਿੰਗ ਟੂ ਰੈਸਟ। ਇਹ ਕੁਛ ਡਿਸਟੈਂਸ ਮੂਵ ਕਰਦੀ ਹੈ। ਇਟ ਸਟੋਪਸ ਡਿਊ ਟੂ ਦੀ ਫੋਰਸ ਆਫ ਫ੍ਰਿਕਸ਼ਨ ਬਿਟਵੀਨ ਦੀ ਬੋਲ ਐਂਡ ਦੀ ਗਰਾਊਂਡ ਅਤੇ ਬੋਲ ਦੇ ਵਿੱਚ ਜਿਹੜੀ ਫ੍ਰਿਕਸ਼ਨ ਆ ਉਹਦੇ ਕਰਕੇ ਹੀ ਇਹ ਬੋਲ ਜਿਹੜੀ ਕੁਛ ਡਿਸਟੈਂਸ ਮੂਵ ਕਰਕੇ ਰੁਕ ਜਾਂਦੀ ਹੈ। ਇਫ ਦ ਫ੍ਰਿਕਸ਼ਨ ਬਿਟਵੀਨ ਦੀ ਬੋਲ ਐਂਡ ਦੀ ਗਰਾਊਂਡ ਇਜ਼ ਡਿਊਸਡ ਬਾਈ ਕਿਕਿੰਗ ਦ ਬੋਲ ਔਨ ਸਮੂਥ ਰੋਡ ਇਟ ਟਰੈਵਲਸ ਕੰਪੈਰੇਟਿਵਲੀ ਅ ਲੋਂਗਰ ਡਿਸਟੈਂਸ ਬਿਫੋਰ ਇਟ ਕਮਿੰਗ ਟੂ ਰੈਸਟ। ਜੇਕਰ ਕਹਿੰਦਾ ਆਪਾਂ ਫ੍ਰਿਕਸ਼ਨ ਨੂੰ ਘੱਟ ਕਰ ਦਈਏ ਫਿਰ ਬੋਲ ਵੀ ਜ਼ਿਆਦਾ ਡਿਸਟੈਂਸ ਤੱਕ ਮੂਵ ਕਰੇਗੀ। If some way it would have been possible to reduce the friction completely, ਜੇਕਰ ਆਪਾਂ ਕਹਿੰਦਾ ਕਿਸੇ ਤਰੀਕੇ ਫ੍ਰਿਕਸ਼ਨ ਨੂੰ ਪੂਰੀ ਤਰ੍ਹਾਂ ਹੀ ਰਿਮੂਵ ਕਰ ਦਈਏ ਦਾ ਬੋਲ ਵੁੱਡ ਰਿਮੇਨ ਇਨ ਮੋਸ਼ਨ, ਬੋਲ ਉਹਨਾਂ ਚਿਰ ਮੋਸ਼ਨ 'ਚ ਰਹੇਗੀ ਫੋਰ ਐਵਰ ਆਫਟਰ ਕਿਕਿੰਗ ਇਟ, ਉਹਨਾਂ ਇਹ ਫਿਰ ਸਦਾ ਹੀ ਮੋਸ਼ਨ ਦੇ ਵਿੱਚ ਰਹੇਗੀ। ਜੇਕਰ ਆਪਾਂ ਕੰਪਲੀਟਲੀ ਫੋਰਸ ਨੂੰ ਖਤਮ ਕਰ ਦਈਏ ਨਾ ਫਿਰ ਬੋਲ ਨੂੰ ਕਿੱਕ ਮਾਰੀ ਆਪਾਂ ਤੇ ਬੋਲ ਹਮੇਸ਼ਾ ਹੀ ਮੋਸ਼ਨ 'ਚ ਰਹੇਗੀ। ਦਸ ਇਟ ਇਜ਼ ਕੰਕਲੂਡਡ ਦੈਟ ਇਨ ਦੀ ਐਬਸੈਂਸ ਆਫ ਫੋਰਸ ਆਫ ਫ੍ਰਿਕਸ਼ਨ ਨੋ ਫੋਰਸ ਇਜ਼ ਰਿਕੁਆਇਰਡ ਟੂ ਕੀਪ ਦਾ ਬੋਡੀ object moving after bringing it in motion. In other words, an object if once set in motion move with uniform velocity, ਇਹ ਉਹਨਾਂ ਚਿਰ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰਦੀ ਰਹੂਗੀ। ਇਫ ਨੋ ਫੋਰਸ ਐਕਟਸ ਔਨ ਇਟ, ਕਹਿਣ ਦਾ ਮਤਲਬ ਕੀ ਹੈ, ਜਦੋਂ ਆਪਾਂ ਇੱਕ ਬੋਡੀ ਨੂੰ ਇੱਕ ਵਾਰੀ ਮੋਸ਼ਨ 'ਚ ਲਿਆਤਾ ਫੋਰਸ ਲਗਾ ਕੇ, ਜੇਕਰ ਉਹਦੇ ਉੱਤੇ ਕੋਈ ਵੀ ਹੋਰ ਫੋਰਸ ਨਹੀਂ ਲੱਗ ਰਹੀ ਹੁਣ ਤੇ ਫਿਰ ਉੱਤੇ ਫੋਰਸ ਲਗਾਉਣ ਦੀ ਸਾਨੂੰ ਲੋੜ ਨਹੀਂ, ਉਹ ਹਮੇਸ਼ਾ ਮੋਸ਼ਨ ਦੇ ਵਿੱਚ ਹੀ ਰਹੇਗੀ। ਅਤੇ ਇਹ ਮੋਸ਼ਨ ਰੁਕਦਾ ਕਿਹਦੀ ਵਜ੍ਹਾ ਨਾਲ ਆਪਾਂ ਜਰਨੀ ਰੋਜ਼ ਦੇਖਦੇ ਹਾਂ ਕਿਹਦੇ ਕਰਕੇ ਰੁਕਦਾ ਵਾ, ਫ੍ਰਿਕਸ਼ਨ ਦੇ ਓਪੋਜ਼ ਕਰਨ ਕਰਕੇ ਮੋਸ਼ਨ ਰੁਕਦਾ ਵਾ। ਠੀਕ ਹੈ ਜੀ। A body continues to be in the state of rest or state of motion, uniform motion, unless an external force is applied on it. This is called the Galileo's law of inertia. From the above discussion we conclude if the body is at rest, it remains at rest unless a force is applied on it. If the body is moving, it will continue to be moving with the same speed in the same direction unless a force is applied on it. ਜਿੰਨਾ ਚਿਰ ਬੋਡੀ 'ਤੇ ਫੋਰਸ ਨਹੀਂ ਲੱਗਦੀ ਉਹਨਾਂ ਚਿਰ ਉਹਦਾ ਮੋਸ਼ਨ ਯੂਨੀਫਾਰਮ ਮੋਸ਼ਨ ਵੀ ਚੇਂਜ ਨਹੀਂ ਹੁੰਦਾ।
ਤੇ ਨਾ ਹੀ ਉਹਦੀ ਸਟੇਟ ਆਫ ਰੈਸਟ ਚੇਂਜ ਹੁੰਦੀ ਹੈ ਜਿੰਨਾ ਚਿਰ ਉੱਤੇ ਫੋਰਸ ਨਹੀਂ ਲੱਗਦੀ। ਨਿਊਟਨ ਪੁੱਟ ਦਾ ਅਬਵ ਅਬਜ਼ਰਵੇਸ਼ਨ ਇਨ ਦੀ ਫੋਰਮ ਆਫ ਏ ਲਾ ਵਿਚ ਇਜ਼ ਕੋਲਡ ਅ ਨਿਊਟਨਸ ਫਸਟ ਲਾ ਆਫ ਮੋਸ਼ਨ। ਨਿਊਟਨ ਨੇ ਇਹਨੂੰ ਲਾ ਦਾ ਰੂਪ ਦੇਤਾ। ਉਹਨੇ ਆਪਣੇ ਲਾ ਦੇ ਵਿੱਚ ਕੀ ਬੋਲਿਆ, ਅਕੋਰਡਿੰਗ ਟੂ ਨਿਊਟਨਸ ਫਸਟ ਲਾ ਆਫ ਮੋਸ਼ਨ ਇਫ ਦਾ ਬੋਡੀ ਇਜ਼ ਇਨ ਦੀ ਸਟੇਟ ਆਫ ਰੈਸਟ it will remain in the state of rest, and if it is in the state of motion it will remain moving in the same direction with the same speed unless an external force is applied on it। ਕਹਿੰਦਾ ਜਿੰਨਾ ਚਿਰ ਬੋਡੀ ਦੇ ਉੱਤੇ ਕੋਈ ਐਕਸਟਰਨਲ ਫੋਰਸ ਅਪਲਾਈ ਨਹੀਂ ਕੀਤੀ ਜਾਂਦੀ ਉਹ ਜੇ ਬੋਡੀ ਰੈਸਟ ਤੇ ਆ ਤੇ ਰੈਸਟ ਤੇ ਰਹੂਗੀ, ਜੇਕਰ ਬੋਡੀ ਮੋਸ਼ਨ 'ਚ ਆ ਤੇ ਮੋਸ਼ਨ 'ਚ ਰਹੂਗੀ ਜਿੰਨਾ ਚਿਰ ਬੋਡੀ ਦੇ ਉੱਤੇ ਕੋਈ ਫੋਰਸ ਨਹੀਂ ਅਪਲਾਈ ਕੀਤੀ ਜਾਂਦੀ। ਕੁਆਲੀਟੇਟਿਵ ਡਿਸਕਸ਼ਨ, ਹੁਣ ਆਪਾਂ ਇੱਥੇ ਇੱਕ ਕੁਆਲੀਟੇਟਿਵ ਡਿਸਕਸ਼ਨ ਕਰਦੇ ਹਾਂ। ਨਿਊਟਨਸ ਫਸਟ ਲਾ ਕੈਨ ਬੀ ਅੰਡਰਸਟੂਡ ਇਨ ਦੀ ਫੋਲੋਇੰਗ ਟੂ ਪਾਰਟਸ, ਡੈਫੀਨੇਸ਼ਨ ਆਫ ਇਨਰਸ਼ੀਆ, ਡੈਫੀਨੇਸ਼ਨ ਆਫ ਫੋਰਸ। ਇਨਰਸ਼ੀਆ ਦੀ ਡੈਫੀਨੇਸ਼ਨ ਕੀ ਹੈ? ਇਨ ਦੀ ਫਸਟ ਪਾਰਟ ਨਿਊਟਨਸ ਫਸਟ ਲਾ ਗਿਵਸ ਦਾ ਡੈਫੀਨੇਸ਼ਨ ਆਫ ਇਨਰਸ਼ੀਆ। ਇਨਰਸ਼ੀਆ ਦੀ ਡੈਫੀਨੇਸ਼ਨ ਦਿੱਤੀ ਨਿਊਟਨ ਨੇ। ਸਭ ਤੋਂ ਪਹਿਲੇ ਕੀ ਬੋਲਿਆ, ਅਕੋਰਡਿੰਗ ਟੂ ਵਿਚ ਐਨ ਆਬਜੈਕਟ ਕੈਨੋਟ ਚੇਂਜ ਇਟਸ ਸਟੇਟ ਬਾਈ ਇਟਸੈਲਫ। ਬੋਡੀ ਆਪਣੀ ਸਟੇਟ ਆਪਣੇ ਆਪ ਚੇਂਜ ਨਹੀਂ ਕਰ ਸਕਦੀ। ਇਫ ਦਾ ਆਬਜੈਕਟ ਇਜ਼ ਇਨ ਦੀ ਸਟੇਟ ਆਫ ਰੈਸਟ ਇਟ ਵਿਲ ਰਿਮੇਨ ਇਨ ਦੀ ਸਟੇਟ ਆਫ ਰੈਸਟ, ਐਂਡ ਇਫ ਇਟ ਇਜ਼ ਇਨ moving in the same direction, some direction, it will continue to move with the same speed in the same direction unless an external force is applied on it। ਜਿੰਨਾ ਚਿਰ ਬੋਡੀ ਤੇ ਕੋਈ ਐਕਸਟਰਨਲ ਫੋਰਸ ਅਪਲਾਈ ਨਹੀਂ ਹੁੰਦੀ ਉਹਨਾਂ ਚਿਰ ਬੋਡੀ ਦਾ ਰੈਸਟ ਵੀ ਨਹੀਂ ਚੇਂਜ ਹੁੰਦਾ ਸਟੇਟ, ਤੇ ਨਾ ਹੀ ਉਹਦੀ ਯੂਨੀਫਾਰਮ ਮੋਸ਼ਨ ਇੱਕ ਡਾਇਰੈਕਸ਼ਨ ਦੇ ਵਿੱਚ ਚੇਂਜ ਹੁੰਦਾ। ਬੋਡੀ ਦੀ ਡਾਇਰੈਕਸ਼ਨ ਨੂੰ ਚੇਂਜ ਕਰਨ ਦੇ ਲਈ ਵੀ ਸਾਨੂੰ ਉਹਦੇ ਉੱਤੇ ਫੋਰਸ ਲਗਾਉਣੀ ਪੜੇਗੀ। ਨੈਕਸਟ ਐਗਜ਼ਾਮਪਲ, a book lying on a table top will remain placed at its place unless it is displaced। Similarly, a ball rolling on a horizontal plane keeps a rolling unless the force of friction between the ball and the plane stops it। ਜਿੰਨਾ ਚਿਰ ਕਹਿੰਦਾ ਫ੍ਰਿਕਸ਼ਨ ਉਹਨੂੰ ਰੋਕ ਨਹੀਂ ਦਿੰਦੀ ਉਹਨਾਂ ਚਿਰ ਨਹੀਂ ਰੋਕਦੀ। ਜੇ ਬੁੱਕ ਟੇਬਲ ਤੇ ਪਈ ਤੇ ਪਈ ਰਹਿੰਦੀ ਹੈ, ਮੂਵ ਨਹੀਂ ਕਰਨ ਲੱਗ ਪੈਂਦੀ ਆਪਣੇ ਆਪ। the property of an object by virtue of which it tends to retain its state of rest or motion। ਕਹਿੰਦਾ ਉਹ ਪ੍ਰੋਪਰਟੀ ਜਿਹਦੇ ਕਰਕੇ ਓਬਜੈਕਟ ਆਪਣੀ ਸਟੇਟ ਦੇ ਵਿੱਚ ਹੀ ਬਣੀ ਰਹਿੰਦੀ ਹੈ is called inertia। it is inherent ਮਤਲਬ ਉਹਦੇ ਵਿੱਚ ਇਨਬਿਲਟ ਹੁੰਦੀ ਆ, ਇਹ ਸ਼ੁਰੂ ਤੋਂ ਹੀ ਹੁੰਦੀ ਆ। ਪ੍ਰੋਪਰਟੀ ਆਫ ਈਚ ਓਬਜੈਕਟ ਹਰੇਕ ਦੀ ਹੁੰਦੀ ਹੈ। the property of an object by virtue of which it tends to retain its state, ਰਿਟੇਨ ਕਰਕੇ ਰੱਖਦੀ ਆ ਆਪਣੀ ਸਟੇਟ ਨੂੰ, ਆਫ ਰੈਸਟ ਔਰ ਆਫ ਮੋਸ਼ਨ ਇਜ਼ ਕਾਲਡ ਇਨਰਸ਼ੀਆ। ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ, ਦਾ ਪ੍ਰੋਪਰਟੀ ਡਿਊ ਟੂ ਵਿਚ ਬੋਡੀ ਰੈਸਿਸਟ ਚੇਂਜ ਇਨ ਇਟਸ ਸਟੇਟ, ਜਿਹਦੇ ਕਰਕੇ ਬੋਡੀ ਆਪਣੀ ਸਟੇਟ ਨੂੰ ਚੇਂਜ ਹੋਣ ਤੋਂ ਰੋਕਦੀ ਆ। ਠੀਕ ਹੈ ਜੀ। ਡੈਫੀਨੇਸ਼ਨ ਆਫ ਫੋਰਸ, ਫੋਰਸ ਕੀ ਹੁੰਦੀ ਹੈ? ਦਾ ਸੈਕਿੰਡ ਪਾਰਟ ਆਫ ਦੀ ਨਿਊਟਨਸ ਫਸਟ ਲਾ ਡਿਫਾਈਨਸ ਫੋਰਸ, ਅਕੋਰਡਿੰਗ ਟੂ ਵਿਚ ਫੋਰਸ ਇਜ਼ ਦੈਟ ਐਕਸਟਰਨਲ ਕੋਜ਼ ਵਿਚ ਕੈਨ move a stationary object or which can change the state of motion of a moving object। ਫੋਰਸ ਨੂੰ ਇੱਕ ਐਕਸਟਰਨਲ ਕੋਜ਼ ਦੱਸਿਆ ਵਾ ਨਿਊਟਨ ਨੇ। ਉਹਨੇ ਕੀ ਕਿਹਾ? ਕਹਿੰਦਾ ਇਹ ਜਿਹੜਾ ਕੋਜ਼ ਆ ਜਾਂ ਤਾਂ ਕਿਸੇ ਸਟੇਸ਼ਨਰੀ ਓਬਜੈਕਟ ਨੂੰ ਮੂਵ ਕਰਵਾ ਦਿੰਦਾ ਵਾ ਜਾਂ ਫਿਰ ਕਿਸੇ ਮੂਵਿੰਗ ਓਬਜੈਕਟ ਦੇ ਮੋਸ਼ਨ ਨੂੰ ਚੇਂਜ ਕਰ ਦਿੰਦਾ ਵਾ, ਉਹਦੇ ਮੋਸ਼ਨ ਦੀ ਸਟੇਟ ਨੂੰ ਚੇਂਜ ਕਰ ਦਿੰਦਾ ਵਾ। ਫੋਰਸ ਇੱਕ ਕੋਜ਼ ਆ ਜਿਹੜਾ ਮੂਵਿੰਗ ਬੋਡੀ ਨੂੰ ਦੇ ਮੋਸ਼ਨ ਨੂੰ ਚੇਂਜ ਕਰ ਦਿੰਦਾ ਜਾਂ ਫਿਰ ਸਟੇਸ਼ਨਰੀ ਓਬਜੈਕਟ ਦੇ ਮੋਸ਼ਨ 'ਚ ਲਿਆ ਦਿੰਦਾ। ਐਗਜ਼ਾਮਪਲਸ, book lying on a table gets displaced from its place when it is pushed। book lying on a table gets displaced from its place when it is pushed। ਜਿਹੜੀ ਕਿਸੇ ਟੇਬਲ ਦੇ ਉੱਤੇ ਬੁੱਕ ਪਈ ਹੁੰਦੀ ਆ ਉਹ ਡਿਸਪਲੇਸ ਹੋ ਜਾਂਦੀ ਹੈ ਜਦੋਂ ਉਹਨੂੰ ਪੁਸ਼ ਕੀਤਾ ਜਾਂਦਾ ਹੈ। ਮੂਵਿੰਗ ਬਾਈਸਾਈਕਲ ਸਟੋਪਸ ਵੈਨ ਏ ਰਿਟਾਰਡਿੰਗ ਫੋਰਸ ਇਜ਼ ਅਪਲਾਈਡ ਬਾਈ ਦੀ ਬ੍ਰੇਕਸ ਔਨ ਇਟਸ ਵੀਲਸ। ਮੂਵਿੰਗ ਬਾਈਸਾਈਕਲ ਵੀ ਰੁਕ ਜਾਂਦਾ ਜਦੋਂ ਬ੍ਰੇਕਸ ਉੱਤੇ ਅਪਲਾਈ ਕੀਤੀਆਂ ਜਾਂਦੀਆਂ। ਦਸ ਫੋਰਸ ਇਜ਼ ਕੁਆਲੀਟੇਟਿਵਲੀ ਡਿਫਾਈਨਡ ਐਜ਼ ਫਲੋਜ਼। ਫੋਰਸ ਇਜ਼ ਦੈਟ ਐਕਸਟਰਨਲ ਕੋਜ਼ ਵਿਚ ਟੈਂਡਸ ਟੂ ਚੇਂਜ ਦਾ ਸਟੇਟ ਆਫ ਰੈਸਟ ਔਰ ਦਾ ਸਟੇਟ ਆਫ ਮੋਸ਼ਨ ਆਫ ਐਨ ਆਬਜੈਕਟ। ਫੋਰਸ ਇੱਕ ਉਹ ਐਕਸਟਰਨਲ ਕੋਜ਼ ਆ ਜਿਹੜਾ ਚੇਂਜ ਦਾ ਸਟੇਟ ਆਫ ਰੈਸਟ ਔਰ ਦਾ ਸਟੇਟ ਆਫ ਮੋਸ਼ਨ ਆਫ ਐਨ ਆਬਜੈਕਟ। ਕਿਸੇ ਬੋਡੀ ਦੇ ਸਟੇਟ ਆਫ ਰੈਸਟ ਨੂੰ ਜਾਂ ਸਟੇਟ ਆਫ ਮੋਸ਼ਨ ਨੂੰ ਚੇਂਜ ਕਰਦਾ ਵਾ।